स्टूडेंट्स गुड मॉर्निंग। आई एम हनीश बंसल, आई एम योर बिजनेस स्टडी लेक्चरर। तो स्टूडेंट्स कैसे हैं आप सब? तो आई होप सब ठीक होंगे। तो स्टूडेंट्स ਅੱਗੇ ਆਪਾਂ ਚੱਲਦੇ ਹਾਂ। ਕੋਆਪਰੇਟਿਵ ਆਰਗੇਨਾਈਜੇਸ਼ਨ ਵਰਕਿੰਗ ਟੂਗੈਦਰ ਐਂਡ ਵਿਦ ਅਦਰਸ ਫॉर ए कॉमन पर्पज़। मतलब ਆਪਾਂ टॉपिक अपना है कोऑपरेटिव ऑर्गेनाइजेशन। लेट्स स्टार्ट। ए कोऑपरेटिव फॉर्म ऑफ बिजनेस इज़ ए डिफरेंट फॉर्म ऑफ बिजनेस एंटरप्राइज। इस बिजनेस एंटरप्राइज का डिफरेंट फॉर्म होंगे कोऑपरेटिव बिजनेस। In this form, the main motive is not earning profit, but the main profit of cooperative organization mutual help. It work with the principle of each for all and all of each। ਇਹ ਇੰਨੀ ਕੁ ਲਾਈਨ ਦੇ ਵਿੱਚ ਬਹੁਤ ਵੱਡੇ ਕੁਐਸਚਨ ਬਣ ਕੇ ਰਾਈਜ਼ ਹੋ ਸਕਦੇ ਨੇ। ਕਹਿੰਦੇ ਕੋਆਪਰੇਟਿਵ ਆਰਗੇਨਾਈਜੇਸ਼ਨ ਦਾ ਮੋਟਿਵ ਪ੍ਰੋਫਿਟ ਅਰਨ ਕਰਨਾ ਨਹੀਂ ਹੈਗਾ। ਇਹਦਾ ਮਕਸਦ ਮੇਨ ਹੈਗਾ ਜਿਹੜੇ ਕੋਆਪਰੇਟਿਵ ਆਰਗੇਨਾਈਜੇਸ਼ਨ ਦੇ ਮੈਂਬਰ ਨੇ ਉਹਨਾਂ ਦਾ ਮਿਊਚੁਅਲ ਹੈਲਪ ਕਰਨਾ ਇਹਨਾਂ ਦਾ ਮਕਸਦ ਹੈ। ਪ੍ਰੋਫਿਟ ਹੋ ਜਾਵੇ ਉਹ ਕੋਈ ਗੱਲ ਨਹੀਂ, ਬਟ ਮਕਸਦ ਇਹਨਾਂ ਦਾ ਮਿਊਚੁਅਲ ਹੈਲਪ ਕਰਨਾ ਹੈ, ਇਹ ਯਾਦ ਰੱਖਣਾ ਇਹਦੇ ਅੰਦਰ। ਠੀਕ ਹੈ, ਅੱਗੇ ਦੇਖਦੇ ਆਪਾਂ। ਦੇਖੋ ਸਟੂਡੈਂਟਸ ਨੈਕਸਟ ਪੇਜ ਦੇ ਵਿੱਚ ਕਹਿੰਦੇ ਕੋਆਪਰੇਟਿਵ ਸੁਸਾਇਟੀ ਔਰ ਆਰਗੇਨਾਈਜੇਸ਼ਨ ਇਜ਼ ਅ ਵੋਲੰਟਰੀ ਐਸੋਸੀਏਸ਼ਨ ਆਫ ਪਰਸਨ। ਕਹਿੰਦੇ ਜਿਹੜੇ ਕੋਆਪਰੇਟਿਵ ਸੁਸਾਇਟੀ ਅਤੇ ਆਰਗੇਨਾਈਜੇਸ਼ਨ ਹੈ ਵੋਲੰਟਰੀ ਐਸੋਸੀਏਸ਼ਨ ਆਫ ਪਰਸਨ ਹੈ। ਮਤਲਬ ਇਹਦੇ ਵਿੱਚ ਜਿਹੜੇ ਮੈਂਬਰ ਨੇ ਆਪਣੀ ਇੱਛਾ ਦੇ ਅਨੁਸਾਰ ਕੀ ਕਰ ਸਕਦੇ ਨੇ, ਜੁਆਇਨ ਹੋ ਸਕਦੇ ਨੇ। ਤਾਂ ਅੱਗੇ ਵੀ ਲਿਖਿਆ ਹੂ ਜੁਆਇਨ ਟੂਗੈਦਰ ਫॉर ਮਿਊਚੁਅਲ ਹੈਲਪ। ਇਹ ਜੁਆਇਨ ਹੋ ਸਕਦੇ ਨੇ ਆਪਣੀ ਇੱਛਾ ਦੇ ਮੁਤਾਬਿਕ। ਇਹ ਮਿਨੀਮਮ, ਇਹ ਬਹੁਤ ਇੰਪੋਰਟੈਂਟ ਹੈ, ਪੇਪਰ 'ਚ ਆ ਸਕਦਾ। ਮਿਨੀਮਮ ਮੈਂਬਰ ਇਹਦੇ ਵਿੱਚ ਕਿੰਨੇ ਹੁੰਦੇ ਨੇ? 10 ਹੁੰਦੇ ਨੇਗੇ। ਠੀਕ ਹੈ। ਆਰ ਰਿਕੁਆਇਰਡ ਟੂ ਫॉर्म ए ਕੋਆਪਰੇਟਿਵ ਸੁਸਾਇਟੀ। ਦਾ ਰਜਿਸਟਰੇਸ਼ਨ ਆਫ ਕੋਆਪਰੇਟਿਵ ਸੁਸਾਇਟੀ ਇਜ਼ ਕੰਪਲਸਰੀ। ਹੁਣ ਇਹਦੇ ਵਿੱਚ ਇਹ ਯਾਦ ਰੱਖਣਾ ਹੈ ਤੁਹਾਨੂੰ, ਓਬਜੈਕਟਿਵ ਟਾਈਪ ਕੁਐਸਚਨ 'ਚ ਵੀ ਆ ਸਕਦਾ ਕਿ ਇਹਦੇ ਵਿੱਚ ਜਿਹੜੀ ਰਜਿਸਟ੍ਰੇਸ਼ਨ ਹੁੰਦੀ ਹੈ ਨਾ ਉਹ ਕੰਪਲਸਰੀ ਹੁੰਦੀ ਹੈ। ਐਂਡ ਦਾ ਕੈਪੀਟਲ ਆਫ ਕੋਆਪਰੇਟਿਵ ਆਰਗੇਨਾਈਜੇਸ਼ਨ ਇਜ਼ ਕੰਟਰੀਬਿਊਟਡ ਬਾਏ ਦਾ ਮੈਂਬਰ ਓਨਲੀ ਇਨ ਦਾ ਫॉर्म ਆਫ ਸ਼ੇਅਰ ਕੈਪੀਟਲ। ਹੁਣ ਇਹਦੇ ਵਿੱਚ ਜਿਹੜੀ ਕੈਪੀਟਲ ਹੁੰਦੀ ਹੈ ਰਜਿਸਟ੍ਰੇਸ਼ਨ ਆਫ ਕੰਪਲਸਰੀ ਤਾਂ ਹੁੰਦੀ ਹੈ। ਹੁਣ ਜਿਹੜੀ ਕੈਪੀਟਲ ਹੁੰਦੀ ਹੈ ਇਹ ਮੈਂਬਰਾਂ ਦੀ ਮੈਂਬਰ ਕੰਟਰੀਬਿਊਟ ਤਾਂ ਕਰ ਦਿੰਦੇ ਨੇ, ਪਰ ਉਹ ਜਿੰਨੀ ਮਰਜ਼ੀ ਆਪਣੀ ਇੱਛਾ ਮੁਤਾਬਿਕ ਆਪਣੀ ਕੈਪੀਟਲ ਲਗਾ ਸਕਦੇ ਨੇਗੇ। ਠੀਕ ਹੈ। ਅਤੇ ਦਾ ਕੋਆਪਰੇਟਿਵ ਆਰਗੇਨਾਈਜੇਸ਼ਨ ਕੈਨ ਰੇਜ਼ ਲੋਨ ਫਰੋਮ ਆਲਸੋ ਫਰੋਮ ਦਾ ਬੈਂਕ। ਇਹ ਆਪਣਾ ਲੋਨ ਵੀ ਲੈ ਸਕਦੇ ਨੇ ਬੈਂਕ ਤੋਂ ਆਪਣੀ ਆਰਗੇਨਾਈਜੇਸ਼ਨ ਨੂੰ ਚਲਾਉਣ ਵਾਸਤੇ। ਤਾਂ ਤੁਹਾਨੂੰ ਇਹ ਪੁਆਇੰਟ ਕਲੀਅਰ ਹੋ ਗਿਆ ਹੋਣਾ ਕੋਆਪਰੇਟਿਵ ਆਰਗੇਨਾਈਜੇਸ਼ਨ। ਅੱਗੇ ਦੇਖਦੇ ਹਾਂ। ਇਹਨਾਂ ਦੇ ਵਿੱਚ ਡੈਫੀਨੇਸ਼ਨ ਇੰਪੋਰਟੈਂਟ ਨਹੀਂ ਹੈਗੀ, ਤਾਂ ਤੁਹਾਨੂੰ ਬਸ ਮੀਨਿੰਗ ਤੁਹਾਨੂੰ ਪਤਾ ਹੋਣਾ ਚਾਹੀਦਾ ਇਹਦਾ ਕੀ ਹੈ। ਅੱਗੇ ਦੇਖਦੇ ਹੋ ਫੀਚਰਸ ਕੀ ਨੇਗੇ। ਫੀਚਰ ਕੀ ਨੇਗੇ ਕੋਆਪਰੇਟਿਵ ਆਰਗੇਨਾਈਜੇਸ਼ਨ ਦੇ? ਦੇਖੋ ਸਟੂਡੈਂਟਸ ਫੀਚਰ ਕਹਿੰਦੇ ਫੀਚਰ ਇਹ ਹੈ। ਦੇਖੋ ਪਹਿਲਾ ਪੁਆਇੰਟ ਵੋਲੰਟਰੀ ਐਸੋਸੀਏਸ਼ਨ। ਵੋਲੰਟਰੀ ਦਾ ਮਤਲਬ ਆਪਣੀ ਇੱਛਾ ਮੁਤਾਬਿਕ ਇਹ ਵੋਲੰਟਰੀ ਹੁੰਦੀ ਹੈ। ਜਿਵੇਂ ਕੋਆਪਰੇਟਿਵ ਸੁਸਾਇਟੀ ਇਜ਼ ਵੋਲੰਟਰੀ ਐਸੋਸੀਏਸ਼ਨ ਆਫ ਪਰਸਨ, ਐਨੀ ਪਰਸਨ ਕੈਨ ਜੁਆਇਨ। ਕੋਈ ਬੰਦਾ ਇਹਦੇ ਵਿੱਚ ਜੁਆਇਨ ਹੋ ਸਕਦਾ, ਚਾਹੇ ਉਹ ਹੀ ਹੋਵੇ ਚਾਹੇ ਉਹ ਸ਼ੀ ਹੋਵੇ, ਜਿਹਦਾ ਕਾਮਨ ਇੰਟਰਸਟ ਇੱਕੋ ਹੀ ਹੋਵੇ। ਫੋਰ ਐਗਜ਼ਾਮਪਲ ਫਾਰਮਰ ਕੈਨ ਜੁਆਇਨ ਹੁਣ ਫਾਰਮਰ ਨੇ, ਕਿਸਾਨ ਨੇ, ਉਹ ਐਗਰੀਕਲਚਰ ਸੁਸਾਇਟੀ ਦੇ ਵਿੱਚ ਕੋਆਪਰੇਟਿਵ ਆਰਗੇਨਾਈਜੇਸ਼ਨ 'ਚ ਜੁਆਇਨ ਹੋ ਸਕਦੇ ਨੇ। ਇੱਕ ਕੰਜ਼ੂਮਰ ਹੈ, ਕੰਜ਼ੂਮਰ ਸੁਸਾਇਟੀ 'ਚ ਜੁਆਇਨ ਹੋ ਸਕਦਾ। ਦੇਖਿਆ ਕੋਈ ਵੀ ਮੈਂਬਰ ਕਦੋਂ ਮਰਜ਼ੀ ਲੀਵ ਕਰ ਸਕਦਾ, ਛੱਡ ਕੇ ਜਾ ਸਕਦਾ, ਅਤੇ ਕਦੋਂ ਮਰਜ਼ੀ ਆਪਣੇ ਡਿਜ਼ਾਇਰ ਨਾਲ ਆ ਸਕਦਾ। ਬਸ ਉਹਨੂੰ ਜਦੋਂ ਛੱਡ ਕੇ ਜਾਏਗਾ ਤਾਂ ਉਹਨੂੰ ਨੋਟਿਸ ਦੇਣਾ ਪਏਗਾ। ਇਹਦੇ ਵਿੱਚ ਕੋਈ ਰਿਸਟ੍ਰਿਕਸ਼ਨ ਨਹੀਂ ਐਂਟਰੀ ਐਗਜ਼ਿਸਟ ਦੀ। ਠੀਕ ਹੈ, ਆਪਣੀ ਮਰਜ਼ੀ ਨਾਲ ਆ ਸਕਦਾ, ਜਾ ਸਕਦਾ। ਪਰ ਇਹਦੇ ਕੋਆਪਰੇਟਿਵ ਆਰਗੇਨਾਈਜੇਸ਼ਨ ਦੇ ਵਿੱਚ ਕੋਈ ਵੀ ਮੈਂਬਰ ਆ ਸਕਦਾ ਹੈ। ਸਾਰੀ ਕਾਸਟ, ਕ੍ਰੀਡ, ਰਿਲੀਜਨ ਸਾਰਿਆਂ ਲਈ ਓਪਨ ਹੈ। ਇਹਦੇ ਵਿੱਚ ਕੋਈ ਐਵੇਂ ਨਹੀਂ ਧਰਮ ਕਿਸੇ ਨਾਲ ਭੇਦਭਾਵ ਕੀਤਾ ਜਾਂਦਾ ਧਰਮ ਦੇ ਰਿਲੇਟਡ। ਅੱਗੇ ਪਹਿਲਾ ਪੁਆਇੰਟ ਤੁਹਾਨੂੰ ਪੂਰੀ ਚੰਗੀ ਤਰ੍ਹਾਂ ਕਲੀਅਰ ਹੋ ਗਿਆ ਹੋਣਾ। ਅੱਗੇ ਆਉਂਦਾ ਲੀਗਲ ਸਟੇਟਸ। ਕਹਿੰਦੇ ਇਟ ਇਜ਼ ਕੰਪਲਸਰੀ ਫॉर ए ਕੋਆਪਰੇਟਿਵ ਸੁਸਾਇਟੀ ਟੂ ਗੈਟ ਇਟ ਸੈਲਫ ਰਜਿਸਟਰਡ ਅੰਡਰ ਦਾ ਕੋਆਪਰੇਟਿਵ ਸੁਸਾਇਟੀ ਐਕਟ। ਕਹਿੰਦੇ ਲੀਗਲ ਸਟੇਟਸ ਕੀ ਨੇ? ਇਹ ਕਹਿੰਦੇ ਕੰਪਲਸਰੀ ਹੈ ਕਿ ਇਹਨੂੰ ਰਜਿਸਟਰ ਕਰਵਾਉਣਾ ਕਿਹਦੇ ਵਿੱਚ? ਕੋਆਪਰੇਟਿਵ ਸੁਸਾਇਟੀ ਐਕਟ ਦੇ ਵਿੱਚ। ਆਫਟਰ ਰਜਿਸਟ੍ਰੇਸ਼ਨ ਦਾ ਕੋਆਪਰੇਟਿਵ ਆਰਗੇਨਾਈਜੇਸ਼ਨ ਗੈਟ ਏ ਸੈਪਰੇਟ ਲੀਗਲ ਐਂਟਿਟੀ। ਜਦੋਂ ਇਹਦੀ ਰਜਿਸਟ੍ਰੇਸ਼ਨ ਹੋ ਜਾਂਦੀ ਹੈ ਤਾਂ ਇਹ ਸੈਪਰੇਟ ਲੀਗਲ ਐਂਟਿਟੀ ਹੋ ਜਾਂਦੀ ਹੈ। ਹੁਣ ਤੁਸੀਂ ਇਹ ਸੋਚ ਰਹੇ ਹੋਗੇ ਵਾਟ ਇਜ਼ ਦਾ ਮੀਨਿੰਗ ਆਫ ਸੈਪਰੇਟ ਲੀਗਲ ਐਂਟਿਟੀ? ਸੈਪਰੇਟ ਲੀਗਲ ਐਂਟਿਟੀ ਦਾ ਮਤਲਬ ਹੁੰਦਾ ਜਿਹਦੇ ਵਿੱਚ ਜਿਹੜਾ ਬੰਦਾ ਚਲਾ ਰਿਹਾ ਮੈਂਬਰ ਅਤੇ ਜਿਹੜੀ ਇਹਨਾਂ ਦੀ ਆਰਗੇਨਾਈਜੇਸ਼ਨ ਦੋਨੋਂ ਵੱਖਰੇ ਵੱਖਰੇ ਨੇ। ਮੈਂਬਰ ਜੇ ਅਗਰ ਕੋਈ ਗਲਤੀ ਕਰਦਾ ਤਾਂ ਜਾਂ ਕੋਈ ਵੀ ਬੰਦਾ, ਦੋਨਾਂ ਦੀ ਮਤਲਬ ਹੋਂਦ ਦੋਨਾਂ ਦੀ ਚੀਜ਼ਾਂ ਅਲੱਗ ਅਲੱਗ ਨੇ। ਮਤਲਬ ਮੈਂਬਰਸ ਕੋਆਪਰੇਟਿਵ ਸੁਸਾਇਟੀ ਦੇ ਨਾਮ 'ਤੇ ਆਪਣਾ ਬਿਜ਼ਨਸ ਚਲਾ ਰਹੇ ਨੇ, ਆਪਣੀ ਸੁਸਾਇਟੀ ਚਲਾ ਰਹੇ ਨੇ।
ਤਾਂ ਇਹਦੇ ਵਿੱਚ ਮੈਂਬਰਾਂ ਨੂੰ ਅੱਡ ਗਿਣਿਆ ਜਾਊਗਾ ਅਤੇ ਸੁਸਾਇਟੀ ਜਿਹੜੇ ਔਰਗੇਨਾਈਜੇਸ਼ਨ ਹੈ ਉਹਨੂੰ ਅੱਡ ਗਿਣਿਆ ਜਾਊਗਾ। ਤਾਂ ਸਮਝ ਆ ਗਈ। ਜੇ ਅਗਰ ਕੋਈ ਬੰਦਾ ਕੇਸ ਕਰਦਾ ਤਾਂ ਮੈਂਬਰਾਂ 'ਤੇ ਨਹੀਂ, ਸੁਸਾਇਟੀ ਹੈ ਜਿਹੜੀ ਔਰਗੇਨਾਈਜੇਸ਼ਨ ਹੋਈ ਉਹ 'ਤੇ ਕੇਸ ਕਰੇਗਾ। ਸਮਝ ਆ ਗਈ ਗੱਲ। ਤਾਂ ਇਸ ਲਈ ਇਹਨਾਂ ਦਾ ਅੱਡ ਅੱਡ ਹੁੰਦਾ। ਵਿਚ ਮੀਨ ਦਾ ਕੋਆਪਰੇਟਿਵ ਸੁਸਾਇਟੀ ਇਜ਼ ਕੰਸੀਡਰ ਸੈਪਰੇਟ ਫਰੋਮ ਇਟਸ ਮੈਂਬਰ। ਲਿਖਿਆ ਹੋਇਆ ਨਾ, ਸੈਪਰੇਟ ਹੁੰਦੇ ਨੇ ਮੈਂਬਰਾਂ ਤੋਂ। ਇਟ ਕੈਨ ਬਾਏ ਐਂਡ ਸੈਲ ਪ੍ਰੋਪਰਟੀ ਇਨ ਇਟਸ ਆਊਨ ਨੇਮ। ਕਹਿੰਦੇ ਇਹ ਆਪਣੀ ਪ੍ਰੋਪਰਟੀ ਨੂੰ ਖਰੀਦ ਅਤੇ ਵੇਚ ਸਕਦੇ ਨੇ ਆਪਦੇ ਨਾਮ 'ਤੇ। ਐਂਡ ਕੈਨ ਐਂਟਰ ਇਨਟੂ ਕੰਟਰੈਕਟ, ਇਹ ਕੰਟਰੈਕਟ ਕਰ ਸਕਦੇ ਨੇ ਆਊਨ ਨੇਮ 'ਤੇ। ਦਾ ਡੈਥ ਇਨਸੋਲਵੈਂਸੀ ਇਨਕੈਪੈਸਿਟੀ ਆਫ ਐਨੀ ਮੈਂਬਰ ਡਜ਼ਨ, ਕਿਸੇ ਵੀ ਮੈਂਬਰ ਦੀ ਡੈਥ ਹੋ ਜਾਂਦੀ ਹੈ ਜਾਂ ਦਿਵਾਲਾ ਨਿਕਲ ਜਾਂਦਾ ਹੈ, ਇਨਕੈਪੈਸਿਟੀ ਹੁੰਦੀ ਹੈ, ਤਾਂ ਉਹ ਉਹਦੇ ਉੱਤੇ ਕੋਆਪਰੇਟਿਵ ਔਰਗੇਨਾਈਜੇਸ਼ਨ ਨੂੰ ਕੋਈ ਇਫੈਕਟ ਨਹੀਂ ਪੈਂਦਾ। ਤਾਂ ਯਾਦ ਰੱਖਣਾ। ਅੱਗੇ ਦੇਖੋ ਲਿਮਟਿਡ ਲਾਇਬਿਲਿਟੀ। ਦ ਲਾਇਬਿਲਿਟੀ ਆਫ ਮੈਂਬਰ ਆਫ ਕੋਆਪਰੇਟਿਵ ਸੁਸਾਇਟੀ ਇਜ਼ ਲਿਮਟਿਡ। ਆਹ ਬਹੁਤ ਇੰਪੋਰਟੈਂਟ ਹੈ। ਕਹਿੰਦੇ ਜਿਹੜੇ ਮੈਂਬਰਾਂ ਦੀ ਲਾਇਬਿਲਿਟੀ ਹੁੰਦੀ ਹੈ ਉਹ ਲਿਮਟਿਡ ਹੁੰਦੀ ਹੈ। ਇਸ ਤੋਂ ਪਹਿਲਾਂ ਆਪਾਂ ਬਹੁਤ ਸਾਰੀ ਚੀਜ਼ਾਂ ਪੜ੍ਹੀਆਂ ਜਿਹਦੇ ਵਿੱਚ ਪਹਿਲਾਂ ਸੋਲ ਪ੍ਰੋਪਰਾਈਟਰ ਦੇ ਵਿੱਚ ਲਾਇਬਿਲਿਟੀ ਅਨਲਿਮਟਿਡ, ਪਾਰਟਨਰਸ ਲਾਇਬਿਲਿਟੀ ਅਨਲਿਮਟਿਡ, ਜੁਆਇੰਟ ਹਿੰਦ ਫੈਮਿਲੀ ਦੇ ਵਿੱਚ ਕਰਤਾ ਦੀ ਲਾਇਬਿਲਿਟੀ ਅਨਲਿਮਟਿਡ। ਠੀਕ ਹੈ, ਪਰ ਇਹਦੇ ਵਿੱਚ ਕੀ ਹੈ, ਉਹਦੇ ਵਿੱਚ ਅਨਲਿਮਟਿਡ ਹੈ, ਇਹਦੇ ਵਿੱਚ ਲਿਮਟਿਡ ਹੈ। ਉਹਨਾਂ ਸਾਰਿਆਂ 'ਚ ਅਨਲਿਮਟਿਡ ਅਨਲਿਮਟਿਡ ਅਨਲਿਮਟਿਡ, ਇਹਦੇ ਵਿੱਚ ਕੀ ਹੈ, ਲਿਮਟਿਡ। ਸਾਰਿਆਂ ਨੂੰ ਕਲੀਅਰ ਹੋ ਗਿਆ ਹੋਣਾ। ਬਸ ਆਹ ਤੁਹਾਨੂੰ ਬਹੁਤ ਛੋਟੀ ਛੋਟੀ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਦੱਸੀ ਜਾ ਰਿਹਾ, ਇਹ ਛੋਟੀ ਛੋਟੀ ਗੱਲਾਂ ਯਾਦ ਰੱਖਣੀਆਂ ਨੇ, ਜਿਹਦੇ ਨਾਲ ਤੁਹਾਡਾ ਕੀ ਹੈ ਛੋਟੇ ਹਿੱਸੇ ਦੇ ਵਿੱਚੋਂ ਹੀ ਛੋਟੇ ਛੋਟੇ ਕੁਐਸਚਨ ਬਣ ਜਾਂਦੇ ਨੇ। ਅਤੇ ਜੇਕਰ ਤੁਹਾਨੂੰ ਡੀਪਲੀ ਤੁਸੀਂ ਸਟੱਡੀ ਨਹੀਂ ਕਰਦੇ, ਪੁਆਇੰਟ ਟੂ ਪੁਆਇੰਟ ਸਟੱਡੀ ਨਹੀਂ ਕਰਦੇ, ਤਾਂ ਜਿਸ ਵਜ੍ਹਾ ਨਾਲ ਤੁਹਾਡੇ ਕੁਐਸਚਨ ਨਹੀਂ ਹੋ ਪਾਉਂਦੇ ਅਤੇ ਉਹ ਤੁਹਾਨੂੰ ਤੁਸੀਂ ਕੰਸੈਪਟ ਤੋਂ ਵਾਂਝੇ ਰਹਿ ਜਾਂਦੇ ਹੋ। ਤਾਂ ਨੈਕਸਟ ਪੇਜ 'ਤੇ ਦੇਖਦੇ ਆਪਾਂ। ਅੱਗੇ ਦੇਖੋ ਕੰਟਰੋਲ ਕੀ ਆ। ਕੰਟਰੋਲ ਇਹਦੇ ਵਿੱਚ ਕੀ ਹੈ, ਇਨ ਕੋਆਪਰੇਟਿਵ ਸੁਸਾਇਟੀ ਦਾ ਪਾਵਰ ਆਫ ਟੇਕ ਡਿਸੀਜ਼ਨ। ਇਹਦੇ ਵਿੱਚ ਕੰਟਰੋਲ ਇਹ ਹੈ, ਕੰਟਰੋਲ ਦਾ ਮਤਲਬ ਇਹਦੇ ਵਿੱਚ ਜਿਹੜੇ ਸੁਸਾਇਟੀ ਦੇ ਪਾਵਰ ਹੁੰਦੀ ਆ, ਜੇ ਮੈਨੇਜਮੈਂਟ ਆਪਾਂ ਉਹਨੂੰ ਕਮੇਟੀ ਬੋਲਦੇ ਹਾਂ, ਜਿਵੇਂ ਕੋਆਪਰੇਟਿਵ ਸੁਸਾਇਟੀ ਦਾ ਪਾਵਰ ਟੂ ਟੇਕ ਡਿਸੀਜ਼ਨ ਲਾਈਜ਼ ਇਨ ਦਾ ਹੈਂਡ ਆਫ ਇਲੈਕਟਡ ਮੈਨੇਜਮੈਂਟ ਕਮੇਟੀ। ਇਹ ਜਿਹੜੀ ਕਮੇਟੀ ਹੁੰਦੀ ਆ, ਇਹਨਾਂ ਨਾਲ ਮੈਂਬਰ ਆਪਸ 'ਚ ਇੱਕ ਹੁਣ ਕਮੇਟੀ ਬਣਾਉਂਦੇ ਨੇ, ਜਿਹੜਾ ਇਹਨੂੰ ਮੈਨੇਜ ਕਰਨ ਲਈ ਕੀ ਕਰਦੇ ਨੇ, ਇਹਨੂੰ ਚੁਣਦੇ ਨੇਗੇ। ਉਹ ਵੋਟਿੰਗ ਨਾਲ ਮੈਂਬਰ ਇਹਨੂੰ ਚੁਣਦੇ ਨੇ ਉਹ ਬੰਦੇ ਨੂੰ। ਤਾਂ ਉਹ ਕੀ ਕਰਦਾ, ਕੰਟਰੋਲ ਕਰਦਾ ਸਾਰੀ ਚੀਜ਼ਾਂ ਨੂੰ, ਉਹੀ ਦੇਖਦਾ, ਸਾਰੀ ਦੇਖ ਰੇਖ ਕਰਦਾ। ਜੇਕਰ ਕੋਈ ਪ੍ਰੋਬਲਮ ਆਉਂਦੀ ਹੈ ਉਹੀ ਇਹਦੇ ਵਿੱਚ ਦੇਖਦਾ। ਠੀਕ ਹੈ। ਸਰਵਿਸ ਮੋਟਿਵ ਆ ਇਹਨਾਂ ਦਾ ਮਕਸਦ, ਤੁਹਾਨੂੰ ਮੈਂ ਸ਼ੁਰੂ ਤੋਂ ਹੀ ਦੱਸਿਆ ਸੀ ਇਹਨਾਂ ਦਾ ਮਕਸਦ ਕੀ ਹੁੰਦਾ, ਸਰਵਿਸ ਮੋਟਿਵ ਹੁੰਦਾ। The main motive of cooperative society is to provide service to its member and not to earn profit। ਇਹਨਾਂ ਦਾ ਮਕਸਦ ਜ਼ਿਆਦਾਤਰ ਕੀ ਹੁੰਦਾ, ਆਪਣੀ ਸਰਵਿਸ ਨੂੰ ਪ੍ਰੋਵਾਈਡ ਕਰਨਾ ਹੁੰਦਾ। ਠੀਕ ਹੈ, ਇਹਨਾਂ ਦਾ ਮਕਸਦ ਪ੍ਰੋਫਿਟ ਕਮਾਉਣਾ ਨਹੀਂ ਹੁੰਦਾ। ਅੱਗੇ ਪ੍ਰੋਫਿਟ ਇਜ਼ ਦਾ ਸੈਕੰਡਰੀ ਮੋਟਿਵ ਐਂਡ ਨੋਟ ਦਾ ਮੇਨ ਮੋਟਿਵ ਆਫ ਕੋਆਪਰੇਟਿਵ ਔਰਗੇਨਾਈਜੇਸ਼ਨ। ਤਾਂ ਅੱਗੇ ਇਹਨਾਂ ਦਾ ਮੇਨ ਮੋਟਿਵ, ਠੀਕ ਹੈ, ਮਤਲਬ ਪ੍ਰੋਫਿਟ ਕਮਾਉਣਾ ਨਹੀਂ ਹੁੰਦਾ, ਪਰ ਉਹ ਸੈਕੰਡਰੀ ਮੋਟਿਵ ਹੁੰਦਾ। ਸੈਕੰਡਰੀ ਮਤਲਬ ਪਹਿਲਾ ਸਰਵਿਸ ਜੋ ਜਿਸ ਕੰਮ ਲਈ ਸੁਸਾਇਟੀ ਖੋਲ੍ਹੀ ਹੈ, ਠੀਕ ਹੈ, ਮਤਲਬ ਉਹਦੇ ਵਾਸਤੇ ਸਰਵਿਸ ਦੇਣ ਲਈ ਪਹਿਲਾਂ ਉਹ ਮੋਟਿਵ ਪੂਰਾ ਹੋਵੇ, ਅਤੇ ਦੂਸਰਾ ਬਾਅਦ ਦੇ ਵਿੱਚ ਪ੍ਰੋਫਿਟ ਇਹਨਾਂ ਦਾ ਸੈਕੰਡਰੀ ਮੋਟਿਵ ਹੁੰਦਾ। ਕਿਉਂਕਿ ਜੋ ਵੀ ਔਰਗੇਨਾਈਜੇਸ਼ਨ ਹੈ ਤਾਂ ਹੀ ਉਹ ਚੱਲੂਗੀ ਜੇਕਰ ਉਹਨੂੰ ਪ੍ਰੋਫਿਟ ਹੋਏਗਾ, ਥੋੜ੍ਹਾ ਬਹੁਤ ਕੋਈ ਆਮਦਨ ਹੋਏਗੀ। ਇਕੁਅਲ ਵੋਟਿੰਗ ਰਾਈਟਸ। ਤਾਂ ਇਹਦੇ ਵਿੱਚ ਇਕੁਅਲ ਵੋਟਿੰਗ ਰਾਈਟ ਹੁੰਦਾ ਹੈ। ਹੁਣ ਇਹਦਾ ਮਤਲਬ ਸਮਝ ਲਓ, ਹੁਣ ਕਈ ਬੰਦਾ ਇਹ ਹੁੰਦਾ, ਇਹ ਕਹਿੰਦੇ ਨੇ ਜ਼ਿਆਦਾ ਕੈਪੀਟਲ ਲਗਾ ਰੱਖਿਆ, ਬੀ ਨੇ ਏ ਤੋਂ ਘੱਟ ਲਗਾਈ ਹੈ, ਸੀ ਨੇ ਏ ਬੀ ਤੋਂ ਹੀ ਘੱਟ ਲਗਾਈ ਹੈ। ਤਾਂ ਇਹ ਨਹੀਂ ਹੈਗਾ ਕਿ ਇਹ ਨਹੀਂ ਕਹੇਗਾ ਕਿ ਮੈਂ ਤਾਂ ਇਹਨਾਂ ਤੋਂ ਜ਼ਿਆਦਾ ਕੈਪੀਟਲ ਲਗਾਈ ਹੈ ਤਾਂ ਮੇਰੇ ਵੋਟਿੰਗ ਰਾਈਟਸ ਜ਼ਿਆਦਾ ਹੋਣਗੇ। ਐਵੇਂ ਕੁਛ ਨਹੀਂ, ਚਾਹੇ ਜਿਵੇਂ ਮਰਜ਼ੀ ਜਿੰਨੇ ਮਰਜ਼ੀ ਤੁਸੀਂ ਕੈਪੀਟਲ ਲਗਾਈ ਹੋਵੇ, ਤੁਹਾਡਾ ਇੱਕੋ ਹੀ ਵੋਟ ਹੋਊਗਾ, ਇੱਕੋ ਹੀ ਰਾਈਟ ਹੋਏਗਾ। ਬਸ ਸਮਝ ਆਈ ਗੱਲ। ਸਾਰਿਆਂ ਦਾ ਬਰਾਬਰ ਦਾ ਹੀ ਅਧਿਕਾਰ ਹੁੰਦਾ ਇਕੁਅਲ ਵੋਟਿੰਗ ਰਾਈਟ ਦੇ ਵਿੱਚ। ਤਾਂ ਤੁਹਾਨੂੰ ਆਈ ਹੋਪ ਇਹ ਵਾਲਾ ਪੁਆਇੰਟ ਵੀ ਕਲੀਅਰ ਹੋ ਗਿਆ ਹੋਣਾ। ਅੱਗੇ ਦੇਖੀਏ। ਤਾਂ ਸਟੂਡੈਂਟਸ ਅੱਗੇ ਦੇਖੋ ਕਿ ਮੈਰਿਟਸ ਪੜ੍ਹ ਰਹੇ ਹਾਂ ਆਪਾਂ, ਮੈਰਿਟਸ ਆਫ ਕੋਆਪਰੇਟਿਵ ਔਰਗੇਨਾਈਜੇਸ਼ਨ। ਮੈਰਿਟਸ ਕੀ ਨੇਗੇ, ਕਹਿੰਦੇ ਇਹਦੇ ਵਿੱਚ ਹੁਣ ਤੁਹਾਨੂੰ ਮੈਂ ਪੜ੍ਹਾਈ ਆ ਕਿ ਇਹਨਾਂ ਦੇ ਵਿੱਚ ਵੋਟਿੰਗ ਇਕੁਆਲਿਟੀ ਕੀ ਹੁੰਦੀ ਹੈ, ਸੇਮ ਹੁੰਦੀ ਹੈ। ਹਰੇਕ ਪਾਰਟਨਰ ਨੂੰ ਰਾਈਟ ਹੈ ਉਹ ਆਪਣੇ ਵੋਟਿੰਗ ਪਾ ਸਕਦਾ ਹੈ, ਅਤੇ ਉਹਨਾਂ ਦਾ ਜਿਹੜਾ ਅਧਿਕਾਰ ਹੁੰਦਾ, ਠੀਕ ਹੈ, ਉਹ ਵੀ ਬਰਾਬਰ ਹੁੰਦਾ ਹੈ, ਅਤੇ ਹਰੇਕ ਪਾਰਟਨਰ ਪਾਰਟੀਸਪੇਟ ਲੈ ਸਕਦਾ। ਇਕੁਅਲ
ਚਾਂਸ ਹੁੰਦਾ ਪਾਰਟੀਸਪੇਟ ਦਾ, ਕਿਸੇ ਦਾ ਕਿਸੇ ਨਾਲ ਵੱਧ ਭੇਦਭਾਵ ਨਹੀਂ ਕੀਤਾ ਜਾਂਦਾ, ਵਾਧਾ ਘਾਟੇ ਵਾਲਾ ਸਿਸਟਮ ਨਹੀਂ ਹੁੰਦਾ ਇਹਦੇ ਅੰਦਰ। ਆਹ ਪੁਆਇੰਟ ਸਮਝ ਆ ਗਿਆ ਹੋਊਗਾ, ਇਹਦੇ ਉੱਪਰ ਵੀ ਪੜ੍ਹ ਕੇ ਹਟਿਆ। ਦੂਜਾ ਲਿਮਟਿਡ ਲਾਇਬਿਲਿਟੀ, ਇਹ ਵੀ ਉੱਪਰ ਪੜ੍ਹ ਕੇ ਹਟਿਆ। ਲਿਮਟਿਡ ਲਾਇਬਿਲਿਟੀ ਜਿਹੜੇ ਇਹਨਾਂ ਦੇ ਮੈਂਬਰ ਹੁੰਦੇ ਨੇ ਕੋਆਪਰੇਟਿਵ ਆਰਗੇਨਾਈਜੇਸ਼ਨ ਦੇ, ਇਹਨਾਂ ਦੀ ਜਿਹੜੀ ਲਾਇਬਿਲਿਟੀ ਹੁੰਦੀ ਆ ਉਹ ਕੀ ਹੁੰਦੀ ਹੈ, ਲਿਮਟਿਡ ਹੁੰਦੀ ਹੈ। ਐਟ ਦਾ ਟਾਈਮ ਆਫ ਲੋਸ ਕ੍ਰੈਡੀਟਰ ਕੈਨ ਨੋਟ ਹੈਵ ਕਲੇਮ ਓਵਰ ਦਾ ਪਰਸਨਲ ਪ੍ਰੋਪਰਟੀ ਆਫ ਮੈਂਬਰ। ਕਹਿੰਦੇ ਜਿਹੜੇ ਕ੍ਰੈਡੀਟਰ ਹੁੰਦੇ ਨੇ ਜਿੰਨਾ ਅਗਰ ਉਹ ਕਲੇਮ ਜ਼ਿਆਦਾ ਹੋ ਜਾਣ ਤਾਂ ਮਤਲਬ ਪਰਸਨਲ ਮੈਂਬਰਾਂ ਦੀ ਪਰਸਨਲ ਪ੍ਰੋਪਰਟੀ ਨਹੀਂ ਵੇਚ ਸਕਦੇ। ਜਿਵੇਂ ਆਪਾਂ ਪਿਛਲੇ ਕੰਸੈਪਟਾਂ 'ਚ ਪੜ੍ਹਿਆ ਸੀਗਾ ਕਿ ਪਾਰਟਨਰਸ਼ਿਪ ਦੇ ਵਿੱਚ ਪਰਸਨਲ ਪ੍ਰੋਪਰਟੀ, ਸੋਲ ਪ੍ਰੋਪਰਾਈਟਰਸ਼ਿਪ, ਪਰਸਨਲ ਪ੍ਰੋਪਰਟੀ, ਕਰਤਾ, ਤਾਂ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਨਹੀਂ ਹੁੰਦੀਆਂ ਹੈਗੀਆਂ। ਇਹ ਪੁਆਇੰਟ ਯਾਦ ਰੱਖਣਾ ਤੁਸੀਂ। ਅੱਗੇ ਆਉਂਦਾ ਸਟੇਬਲ ਐਗਜ਼ਿਸਟੈਂਸ। ਦਾ ਕੋਆਪਰੇਟਿਵ ਸੁਸਾਇਟੀ ਹੈਜ਼ ਸੈਪਰੇਟ ਲੀਗਲ, ਇਹ ਸੈਪਰੇਟ ਲੀਗਲ ਐਂਟਿਟੀ ਹੁੰਦੀ ਹੈ। ਇਹ ਵਰਡ ਨੂੰ ਯਾਦ ਰੱਖਣਾ, ਸੈਪਰੇਟ ਲੀਗਲ ਐਂਟਿਟੀ। ਇਹ ਮੈਂਬਰਾਂ ਤੋਂ ਅਲੱਗ ਹੁੰਦੀ ਹੈ, ਆਰਗੇਨਾਈਜੇਸ਼ਨ ਅੱਡ ਹੁੰਦੀ ਹੈ, ਮੈਂਬਰ ਅੱਡ ਹੁੰਦੇ ਨੇ, ਠੀਕ ਹੈ। The death, insolvency or incapacity of any member does not affect the existence of society. The cooperative organization has a stable and continuous life and exists for a long period of time. ਤਾਂ ਕਿਸੇ ਦੇ ਡੈਥ ਹੋਣ ਨਾਲ, ਇੰਸੋਲਵੈਂਸੀ ਹੋਣ ਨਾਲ ਕੋਈ ਮੈਂਬਰ ਆਰਗੇਨਾਈਜੇਸ਼ਨ ਨੂੰ ਕੋਈ ਫਰਕ ਨਹੀਂ ਪੈਂਦਾ, ਤਾਂ ਇਹ ਹਮੇਸ਼ਾ ਚੱਲਦੀ ਰਹੇਗੀ। ਮੈਂਬਰ ਆਉਂਦੇ ਰਹਿੰਦੇ ਨੇ, ਜਾਂਦੇ ਰਹਿੰਦੇ ਨੇ, ਪਰ ਇਹਦੇ ਉੱਤੇ ਕੋਈ ਫਰਕ ਨਹੀਂ ਪੈਂਦਾ ਹੈਗਾ। ਕਲੀਅਰ ਹੈ ਗੱਲ। ਜਦੋਂ ਤੱਕ ਆਰਗੇਨਾਈਜੇਸ਼ਨ ਨੂੰ ਪੂਰੀ ਚੰਗੀ ਤਰ੍ਹਾਂ ਬੰਦ ਨਹੀਂ ਕਰ ਦਿੱਤਾ ਜਾਂਦਾ ਗੌਰਮੈਂਟ ਨੋਟਿਸ ਦੇ ਕੇ, ਜਾਂ ਮਤਲਬ ਪੂਰੇ, ਤਾਂ ਉਦੋਂ ਤੱਕ ਇਹ ਬੰਦ ਨਹੀਂ ਹੋ ਸਕਦੀ। ਪਰ ਮੈਂਬਰਾਂ ਦੇ ਮਰਨ ਨਾਲ, ਨਾ ਉਹਨਾਂ ਦੇ ਕੰਮ ਨਾ ਕਰਨ ਨਾਲ ਇਹ ਆਰਗੇਨਾਈਜੇਸ਼ਨ ਨਹੀਂ ਬੰਦ ਹੋਣ ਲੱਗੀ। ਅੱਗੇ ਦੇਖੋ ਇਕਨੋਮਿਕਲ ਫੰਕਸ਼ਨਿੰਗ। The operation of cooperative organization is quite economical, as most of the activity are performed by the members themselves. While purchasing goods or raw material, middlemen are eliminated, so they can get the raw material and goods at low cost. The cooperative organization do not maintain large stock. Due to cash trading, there are no bad debts. They are saving in advertising and selling expense also. ਹੁਣ ਇਹ ਪੁਆਇੰਟ ਕੀ ਹੈ, ਕਹਿੰਦੇ ਇਕਨੋਮਿਕਲ ਹੁੰਦੇ ਨੇ ਬਹੁਤ ਜ਼ਿਆਦਾ, ਇਹਨਾਂ ਨੂੰ ਜ਼ਿਆਦਾ ਲੋਕਾਂ ਨੂੰ ਐਡਵਰਟਾਈਜ਼ਮੈਂਟ ਕਰਨ ਦੀ ਲੋੜ ਨਹੀਂ ਹੁੰਦੀ। ਇਹ ਕੀ ਕਰਦੇ ਨੇ, ਵਧੀਆ ਕੀ ਮਤਲਬ ਸਸਤੇ ਦਾਮਾਂ 'ਤੇ ਚੀਜ਼ਾਂ ਨੂੰ ਖਰੀਦਦੇ ਨੇ, ਅਤੇ ਆਪਣੇ ਜਿਹੜੇ ਕੀ ਹੈ ਮੈਂਬਰਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਬੈਨੀਫਿਟ ਦਿਵਾਉਂਦੇ ਨੇਗੇ। ਇਹ ਕੋਈ ਸਟਾਕ ਮੇਨਟੇਨ ਨਹੀਂ ਕਰਕੇ ਰੱਖਦੇ, ਇਹਨਾਂ ਨੂੰ ਕੋਈ ਬੈਡ ਡੈਪਟ ਨਹੀਂ ਹੁੰਦਾ ਹੈਗਾ, ਇਹਨਾਂ ਨੂੰ ਕੋਈ ਐਡਵਰਟਾਈਜ਼ਮੈਂਟ ਨਹੀਂ ਕਰਨੀ ਹੁੰਦੀ ਕਿ ਹਾਂ ਵੀ ਤੁਸੀਂ ਚੀਜ਼ਾਂ ਖਰੀਦੋ, ਇਹ ਕਰੋ। ਇਸ ਲਈ ਇਹ ਪੁਆਇੰਟ ਇਹਦੇ ਅੰਦਰ ਆ ਜਾਂਦਾ, ਇਸ ਲਈ ਇਹਦੇ ਉੱਤੇ ਜ਼ਿਆਦਾ ਖਰਚਾ ਨਹੀਂ ਹੁੰਦਾ ਕੋਆਪਰੇਟਿਵ ਆਰਗੇਨਾਈਜੇਸ਼ਨ ਵਿੱਚ। ਅੱਗੇ ਦੇਖੋ, ਅੱਗੇ ਆਉਂਦਾ ਸਪੋਰਟ ਫਰੋਮ ਗੌਰਮੈਂਟ। The cooperative organization get various benefit from the government. The government provide various concession and rebate in tax. These organization can get raw material at subscribed rate. ਸਬਸਿਡੀਜ਼ ਜਿਹੜੀ ਇਹਨਾਂ ਨੂੰ ਬਹੁਤ ਸਾਰੇ ਕੀ ਆ, ਘੱਟ ਰੇਟਾਂ 'ਤੇ ਇਹਨਾਂ ਨੂੰ ਰੋ ਮਟੀਰੀਅਲ ਪ੍ਰੋਵਾਈਡ ਹੁੰਦਾ, ਟੈਕਸ 'ਚ ਕੰਸੈਸ਼ਨ ਮਿਲ ਜਾਂਦੀ ਹੈ, ਲੋਅਰ ਰੇਟ 'ਤੇ ਇਹਨਾਂ ਨੂੰ ਲੋਨ ਮਿਲ ਜਾਂਦੇ ਨੇ, ਈਜ਼ੀ ਟਰਮ ਐਂਡ ਕੰਡੀਸ਼ਨ ਦੇ ਵਿੱਚ ਮਿਲ ਜਾਂਦੇ ਨੇਗੇ। ਤਾਂ ਇਹ ਸਾਰੀ ਬੈਨੀਫਿਟ ਇਹਨਾਂ ਨੂੰ ਮਿਲ ਜਾਂਦੀ ਹੈ ਸਪੋਰਟ ਗੌਰਮੈਂਟ ਦੀ। ਈਜ਼ੀ ਟੂ ਫਾਰਮ, ਇਹਨਾਂ ਨੂੰ ਬਣਾਉਣਾ ਵੀ ਬਹੁਤ ਆਸਾਨ ਹੈ, ਸਿੰਪਲ ਪ੍ਰੋਸੈਸ ਹੁੰਦਾ, ਠੀਕ ਹੈ। ਮੈਂਬਰ ਇਹ ਜਿਵੇਂ ਤੁਹਾਨੂੰ ਦੱਸਿਆ ਸੀ 10 ਮੈਂਬਰ ਘੱਟੋ ਘੱਟ ਹੋਣੇ ਚਾਹੀਦੇ, ਮੈਂਬਰ ਇਕੱਠੇ ਕਰਕੇ, ਠੀਕ ਹੈ, ਅਤੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ। ਈਜ਼ੀ ਮੈਥਡ ਹੁੰਦਾ, ਈਜ਼ੀ ਫੋਰਮ ਰਜਿਸਟ੍ਰੇਸ਼ਨ ਹੁੰਦਾ। ਇਹਦੇ ਵਿੱਚ ਜ਼ਿਆਦਾਤਰ ਲੀਗਲ ਫੋਰਮੈਲਿਟੀਆਂ ਨਹੀਂ ਕਰਨੀਆਂ ਪੈਂਦੀਆਂ, ਬਹੁਤ ਸਾਰੀਆਂ ਚੀਜ਼ਾਂ ਨਹੀਂ ਕਰਨੀਆਂ ਪੈਂਦੀਆਂ, ਆਸਾਨੀ ਨਾਲ ਇਹਨਾਂ ਦਾ ਪ੍ਰੋਸੈਸ ਹੋ ਜਾਂਦਾ। ਨੈਕਸਟ ਪੇਜ 'ਤੇ ਦੇਖਦੇ ਹਾਂ। ਅੱਗੇ ਦੇਖੋ ਸਟੂਡੈਂਟਸ, ਨੈਕਸਟ ਪੇਜ 'ਤੇ 7ਵਾਂ ਪੁਆਇੰਟ ਹੈ ਓਪਨ ਮੈਂਬਰਸ਼ਿਪ। ਇਹਦੇ ਵਿੱਚ ਜਿਹੜੀ ਮੈਂਬਰਸ਼ਿਪ ਹੁੰਦੀ ਹੈ ਓਪਨ ਹੁੰਦੀ ਹੈ, ਕੋਈ ਵੀ ਕਾਸਟ ਧਰਮ ਦਾ ਪਰਸਨ ਇਹਦੇ ਵਿੱਚ ਆ ਸਕਦਾ, ਅਤੇ ਇਹਨਾਂ 'ਚ ਕੋਈ ਰਿਸਟ੍ਰਿਕਸ਼ਨ ਨਹੀਂ ਹੁੰਦੀ ਹੈਗੀ, ਅਤੇ ਇਹ ਆਪਣੀ ਇੱਛਾ ਨਾਲ ਆ ਸਕਦੇ ਨੇ, ਜਾ ਸਕਦੇ ਨੇ। ਇਸ ਲਈ ਇਹਨਾਂ 'ਚ ਓਪਨ ਮੈਂਬਰਸ਼ਿਪ ਇਹਦੇ ਵਿੱਚ ਆ ਜਾਂਦੀ ਹੈ। ਹੁਣ ਡੀਮੈਰਿਟਸ ਪੜ੍ਹਾਂਗੇ ਆਪਾਂ। ਡੀਮੈਰਿਟਸ 'ਚ ਕੀ ਆ ਜਾਂਦਾ, ਹੁਣ ਤੁਹਾਨੂੰ ਦੱਸਿਆ ਕੋਈ ਨਾ ਕੋਈ ਚੀਜ਼ ਦੀ ਮੈਰਿਟਸ ਹੁੰਦੀ ਹੈ ਤਾਂ ਡੀਮੈਰਿਟ ਵੀ ਹੁੰਦੀ ਹੈ, ਠੀਕ ਹੈ, ਮਤਲਬ ਕੁਛ ਨਾ ਕੁਛ ਡਿਸਐਡਵਾਂਟੇਜਸ। ਲਿਮਟਿਡ ਕੈਪੀਟਲ ਹੁੰਦੀ ਹੈ ਇਹਨਾਂ ਦੀ। ਲਿਮਟਿਡ ਕੈਪੀਟਲ ਦਾ ਮਤਲਬ ਦਾ ਕੋਆਪਰੇਟਿਵ ਆਰਗੇਨਾਈਜੇਸ਼ਨ ਫਾਰਮਡ ਬਾਏ ਦਾ ਪੀਪਲ।
and they who have limited resources, and there are no compulsion to contribute some minimum amount of capital to become a member. The principle of one man one vote also discourages people to invest more, so cooperative organization also always faces a shortage of capital due to low rate of return. ਹੁਣ ਲਿਮਟਿਡ ਕੈਪੀਟਲ ਮੈਂ ਤੁਹਾਨੂੰ ਪੰਜਾਬੀ 'ਚ ਬਿਲਕੁਲ ਸਿੰਪਲ ਸ਼ਬਦਾਂ ਨਾਲ ਸਮਝਾਉਣਾ। ਇਹਦੇ ਵਿੱਚ ਜਿਹੜੇ ਕੈਪੀਟਲ ਦੀ ਨਾ ਕੋਈ ਰਿਕੁਆਇਰਮੈਂਟ ਨਹੀਂ ਹੁੰਦੀ, ਹਾਂ ਵੀ ਤੁਸੀਂ ਮੈਂਬਰ ਬਣਨਾ ਹੈ ਤਾਂ ਘੱਟੋ ਘੱਟ ਇੰਨੀ ਕੈਪੀਟਲ ਲਗਾਉਣੀ ਪਊਗੀ, ਇਹ ਚੀਜ਼ ਦੀ ਇਹਦੇ ਵਿੱਚ ਰਿਕੁਆਇਰਮੈਂਟ ਹੁੰਦੀ ਨਹੀਂ ਨਾ। ਇਹਦੇ ਵਿੱਚ ਕੀ ਹੁੰਦਾ ਕਿ ਮੈਂਬਰਾਂ ਨੂੰ ਇੱਕ ਵਨ ਮੈਨ ਵਨ ਵੋਟ ਦਾ ਵਾਲਾ ਸਿਸਟਮ ਹੁੰਦਾ। ਇਹਦੇ ਵਿੱਚ ਜੇਕਰ ਕੋਈ ਬੰਦਾ ਜ਼ਿਆਦਾ ਕੈਪੀਟਲ ਵੀ ਲਗਾ ਦੂਗਾ ਤਾਂ ਉਹਨੂੰ ਕੋਈ ਜ਼ਿਆਦਾ ਬੈਨੀਫਿਟ ਨਹੀਂ ਹੋਣ ਲੱਗੇ, ਠੀਕ ਹੈ। ਜੋ ਇਹਦੇ ਵਿੱਚ ਡਿਸਕਰੇਜਸ ਦੀ ਭਾਵਨਾ ਪੈਦਾ ਕਰਦੀ ਹੈ, ਅਤੇ ਉਹ ਮੈਂਬਰ ਤਾਂ ਕਈ ਵਾਰ ਇਹਦੇ ਵਿੱਚ ਕੀ ਹੁੰਦਾ ਕਿਹੜੀ ਕੈਪੀਟਲ ਸ਼ੋਰਟ ਰਹਿੰਦੀ ਆ, ਤਾਂ ਜਿਸ ਵਜ੍ਹਾ ਨਾਲ ਕੀ ਹੈ ਉਹ ਐਵੇਂ ਸੋਚਦੇ ਮੈਂਬਰ ਉਨੀ ਕੁ ਲਗਾ ਜਿੰਨੀ ਪਹਿਲਾਂ ਲੋਕਾਂ ਨੇ ਲਗਾਈ ਹੈ ਥੋੜ੍ਹੀ ਜਿਹੀ ਲਗਾ ਦਿੰਦੇ ਹਾਂ ਬਸ ਇਸ ਹਿਸਾਬ ਨਾਲ, ਕਿਉਂਕਿ ਤਾਂ ਜਿਸ ਵਜ੍ਹਾ ਨਾਲ ਕੈਪੀਟਲ ਸ਼ੋਰਟੇਜ ਹੋਣ ਕਰਕੇ ਤਾਂ ਇਹਨਾਂ ਦੀ ਔਰਗੇਨਾਈਜੇਸ਼ਨ ਦੇ ਵਿੱਚ ਫੰਡ ਦੀ ਕਮੀ ਵੀ ਰਹਿੰਦੀ ਹੈ। ਅੱਗੇ ਆਉਂਦੇ ਇਨਐਫੀਸ਼ੀਐਂਟ ਮੈਨੇਜਮੈਂਟ। The cooperative organization is managed by its member only. Generally, all the activity are performed by the member only. These members are not professional expert. There are inexperienced person. The cooperative organization cannot afford to pay high salary to professional and qualified person. ਕਹਿੰਦੇ ਜਿਹੜੀ ਇਹਨਾਂ ਦੀ ਮੈਨੇਜਮੈਂਟ ਹੁੰਦੀ ਹੈ ਉਹ ਇਨਐਫੀਸ਼ੀਐਂਟ ਹੁੰਦੀ ਆ। ਹੁਣ ਇਨਐਫੀਸ਼ੀਐਂਟ ਦਾ ਮਤਲਬ ਕਹਿੰਦੇ ਕੋਈ ਵੀ ਡਿਪਾਰਟਮੈਂਟ ਹੈ, ਚਾਹੇ ਉਹਨਾਂ ਨੇ ਕਿਸੇ ਡਿਪਾਰਟਮੈਂਟ 'ਚ ਕੰਮ ਕਰਨਾ ਤਾਂ ਉਹਨਾਂ ਨੂੰ ਹਰ ਐਕਸਪਰਟ ਦੀ ਰਾਏ ਲੈਣੀ ਪੈਂਦੀ ਹੈ ਕਿ ਹਾਂ ਵੀ ਇਹ ਕੰਮ ਨੂੰ ਇਸ ਤਰੀਕੇ ਨਾਲ ਕਰਨਾ ਹੈ। ਪਰ ਜਿਹੜੇ ਮੈਂਬਰ ਹੁੰਦੇ ਨੇ ਇੰਨੇ ਐਕਸਪਰਟ ਨਹੀਂ ਹੁੰਦੇ, ਇਹ ਜਸਟ ਇੱਕ ਨੋਰਮਲ ਪਰਸਨ ਹੁੰਦੇ ਨੇ, ਠੀਕ ਹੈ। ਇਹ ਜੇਕਰ ਕਿਸੇ ਐਕਸਪਰਟ ਨੂੰ ਰੈਫਰ ਵੀ ਕਰਨਗੇ ਤਾਂ ਉਹਨਾਂ ਨੂੰ ਸੈਲਰੀ ਨਹੀਂ ਦੇ ਸਕਦੇ ਹਾਈ, ਤਾਂ ਕਰਕੇ ਇਹਨਾਂ ਦੇ ਮੈਂਬਰ ਹੀ ਮੈਨੇਜ ਕਰਦੇ ਨੇ, ਜਿਸ ਵਜ੍ਹਾ ਨਾਲ ਡਿਸੀਜ਼ਨ ਦੇ ਵਿੱਚ ਪ੍ਰੋਫੈਸ਼ਨਲੀ ਸਿਸਟਮ ਨਾ ਹੋਣ ਕਰਕੇ ਡਿਸੀਜ਼ਨਾਂ ਦੇ ਵਿੱਚ ਵੀ ਕਮੀ ਰਹਿੰਦੀ ਹੈ, ਜਿਸ ਵਜ੍ਹਾ ਨਾਲ ਇਹਨਾਂ ਦਾ ਮੈਨੇਜਮੈਂਟ ਸਿਸਟਮ ਹੈ ਉਹ ਵੀ ਕੀ ਹੈ ਇਨਐਫੀਸ਼ੀਐਂਟ ਹੁੰਦਾ। ਤਾਂ ਸਾਰਿਆਂ ਨੂੰ ਕਲੀਅਰ ਹੋ ਗਿਆ ਹੁਣ ਆਹ ਪੁਆਇੰਟ। ਅੱਗੇ ਦੇਖੋ ਲੈਕ ਆਫ ਸੀਕਰੇਸੀ। ਇਹਨਾਂ ਦੀ ਜਿਹੜੀ ਸੀਕਰੇਸੀ ਹੁੰਦੀ ਆ ਉਹ ਕੀ ਹੁੰਦੀ ਆ, ਲੈਕ ਹੁੰਦੀ ਆ। ਹੁਣ ਸੀਕਰੇਸੀ ਕਿਵੇਂ ਲੈਕ ਹੋਏਗੀ, ਸੀਕਰੇਸੀ ਮਤਲਬ ਕੋਈ ਇਨਫੋਰਮੇਸ਼ਨ ਦੇਣੀ ਹੈ ਉਹ ਕੀ ਹੈ ਲੈਕ ਹੁੰਦੀ ਹੈ। ਹੁਣ ਕਿਵੇਂ ਕਹਿੰਦੇ ਇਨ ਕੋਆਪਰੇਟਿਵ ਦੇ ਆਰ ਓਪਨ ਡਿਸਕਸ਼ਨ ਇਨ ਦਾ ਮੀਟਿੰਗ ਬਾਈ ਮੈਂਬਰ, ਸੋ ਇਟ ਇਜ਼ ਡਿਫੀਕਲਟ ਟੂ ਮੇਨਟੇਨ ਸੀਕਰੇਸੀ ਅਬਾਊਟ ਆਪਰੇਸ਼ਨ ਆਫ ਕੋਆਪਰੇਟ। ਇਹਨਾਂ ਦੀ ਜਿਹੜੀ ਸੀਕਰੇਸੀ ਆ ਉਹ ਕੀ ਹੈ ਡਿਸਕਸ਼ਨ ਹੁੰਦੀ ਹੈ ਓਪਨ ਹੁੰਦੀ ਹੈ, ਇਹਦੇ ਵਿੱਚ ਜਿਹੜੀ ਵੀ ਕੋਈ ਸੀਕਰੇਸੀ ਰਹਿ ਨਹੀਂ ਪਾਉਂਦੀ, ਜਿਸ ਵਜ੍ਹਾ ਨਾਲ ਕੀ ਹੈ ਸਾਰਾ ਚੀਜ਼ਾਂ ਪਤਾ ਹੁੰਦਾ, ਖੁੱਲ੍ਹੇਆਮ ਸਾਰੀ ਚੀਜ਼ਾਂ ਪਤਾ ਹੁੰਦੀਆਂ। ਜਿਸ ਤਰ੍ਹਾਂ ਸੀਕਰੇਸੀ ਵਾਲਾ ਸਿਸਟਮ ਹੈ ਇਹਦੇ ਵਿੱਚ ਹੋ ਹੀ ਨਹੀਂ ਪਾਉਂਦਾ ਹੈਗਾ, ਠੀਕ ਹੈ। ਅੱਗੇ ਚੌਥਾ ਪੁਆਇੰਟ ਕੀ ਹੈ ਐਕਸੈਸਿਵ ਗੌਰਮੈਂਟ ਕੰਟਰੋਲ। ਕਹਿੰਦੇ ਐਜ਼ ਕੋਆਪਰੇਟਿਵ ਔਰਗੇਨਾਈਜੇਸ਼ਨ ਗੈਟ ਵੇਰੀਅਸ ਕੰਸੈਸ਼ਨ ਐਂਡ ਬੈਨੀਫਿਟ ਫਰੋਮ ਦਾ ਗਵਰਨਮੈਂਟ, ਇਨ return there is excessive government regulation and control by the government. It is essential for a cooperative organization to get its accounts audited by the auditor of cooperative department and to submit its account with the registrar. All the regulation restrict the flexibility efficiency of cooperative organization. ਹੁਣ ਇਹਦੇ ਵਿੱਚ ਕੀ ਹੁੰਦਾ ਤੁਹਾਨੂੰ ਪਤਾ ਹੈ, ਜਦੋਂ ਮੈਂਬਰਾਂ ਦੀ ਗੱਲ ਰਜਿਸਟ੍ਰੇਸ਼ਨ ਦੀ ਗੱਲ ਤਾਂ ਗੌਰਮੈਂਟ ਦਾ ਵੀ ਥੋੜ੍ਹਾ ਬਹੁਤ ਕੰਟਰੋਲ ਇਹਦੇ ਅੰਦਰ ਆਉਣ ਲੱਗ ਜਾਂਦਾ, ਕਿਉਂਕਿ ਕੋਈ ਜੇਕਰ ਉਹ ਟੈਕਸ ਤੋਂ ਕੁਛ ਕੰਸੈਸ਼ਨ ਲੈ ਰਹੀ ਹੈ ਗੌਰਮੈਂਟ ਤੋਂ ਬੈਨੀਫਿਟ ਲੈ ਰਹੀ ਹੈ ਤਾਂ ਗੌਰਮੈਂਟ ਵੀ ਇਹਨਾਂ ਦੇ ਅਕਾਊਂਟਸ ਚੈੱਕ ਕਰਦਾ ਹੈ, ਆਡਿਟਿੰਗ ਹੁੰਦੀ ਹੈ, ਅਕਾਊਂਟ ਸਬਮਿਟ ਕਰਾਉਣੇ ਪੈਂਦੇ ਹੈ, ਬਹੁਤ ਸਾਰੀ ਰਿਸਟ੍ਰਿਕਸ਼ਨ ਇਹਦੇ ਅੰਦਰ ਆ ਜਾਂਦੀ ਹੈ, ਕੋਈ ਰੂਲ ਐਂਡ ਰੈਗੂਲੇਸ਼ਨਸ ਹੁੰਦੇ ਨੇ, ਜਿਸ ਵਜ੍ਹਾ ਨਾਲ ਉਹਨੂੰ ਹੀ ਰੂਲ ਐਂਡ ਰੈਗੂਲੇਸ਼ਨ ਨੂੰ ਥੋੜ੍ਹਾ ਫੋਲੋ ਕਰਨਾ ਪੈਂਦਾ, ਜਿਸ ਵਜ੍ਹਾ ਨਾਲ ਇਹਦੇ ਵਿੱਚ ਇਹ ਪ੍ਰੋਬਲਮ ਆਉਂਦੀ ਹੈ। ਅੱਗੇ ਦੇਖੋ ਡਿਫਰੈਂਸ ਆਫ ਓਪੀਨੀਅਨ ਔਰ ਕਨਫਲਿਕਟ ਅਮੰਗ ਦਾ ਮੈਂਬਰ। ਹੁਣ ਓਪੀਨੀਅਨ ਕੀ ਹੁੰਦਾ, ਕਿਸੇ ਨੂੰ ਕੋਈ ਆਪਾਂ ਆਪਣੇ ਵਿਚਾਰ ਰੱਖ ਰਿਹਾ, ਓਪੀਨੀਅਨ ਲੈ ਰਿਹਾ, ਠੀਕ ਹੈ, ਤਾਂ ਉਹ ਕੀ ਹੁੰਦਾ ਹਰੇਕ ਮੈਂਬਰਾਂ ਦੀ ਜਿਹੜੀ ਸੋਚ ਹੁੰਦੀ ਆ, ਜਿਹੜੇ ਮੈਂਬਰਾਂ ਦੀ ਰਾਏ ਹੁੰਦੀ ਆ ਉਹ ਕੀ ਹੁੰਦੀ ਆ ਡਿਫਰੈਂਟ ਹੁੰਦੀ ਆ। ਹੁਣ quite often the dispute arise among the managing committee and members in cooperating organization. The member are from different section of society. They may have difference of opinion, and if any member follow rigid attitude, it can lead to conflict and dispute. Generally, the selfish motive of members start dominating and they forget the service motive.
ਕੀ ਹੁੰਦੇ ਨੇ, ਹੁਣ ਤੁਹਾਨੂੰ ਪਤਾ ਜੇਕਰ ਮੈਂਬਰਾਂ ਦੀ ਸੋਚ ਆਪਸ 'ਚ ਨਹੀਂ ਮਿਲਦੀ ਤਾਂ ਕੋਈ ਜੋ ਮੈਂਬਰ ਅਟਕ ਜਾਏ ਆਪਣੀ ਗੱਲ 'ਤੇ ਕਿ ਹਾਂ ਵੀ ਮੈਂ ਤੇ ਡਿਸਪਿਊਟ ਕਰਨ ਲੱਗ ਜਾਂਦਾ ਹੈ, ਤਾਂ ਉਹ ਬੰਦੇ ਇਹੋ ਜਿਹੇ ਹੁੰਦੇ ਨੇ, ਉਹ ਸੈਲਫ ਬੈਨੀਫਿਟ ਦੇਖਦੇ ਨੇ, ਸੈਲਫ ਮੋਟਿਵ ਦੇਖਦੇ ਨੇ, ਜਿਹਦੇ ਨਾਲ ਕੀ ਹੈ ਜਿਹੜਾ ਔਰਗਨਾਈਜੇਸ਼ਨ ਦਾ ਜਿਹੜਾ ਗੋਲ ਹੈ ਉਹਦੇ ਉੱਤੇ ਫਿਰ ਧਿਆਨ ਨਹੀਂ ਜਾਂਦਾ, ਜਿਸ ਵਜ੍ਹਾ ਨਾਲ ਕੀ ਹੈ ਇਹ ਪ੍ਰੋਬਲਮ ਆਉਂਦੀ ਹੈ। ਤਾਂ ਇਹ ਸਾਰੀ ਚੀਜ਼ਾਂ ਇਹਦੇ ਵਿੱਚ ਆ ਜਾਂਦੀਆਂ। ਕੋਆਪਰੇਟਿਵ ਔਰਗਨਾਈਜੇਸ਼ਨ ਦੇ ਤੁਹਾਨੂੰ ਮੈਂ ਮੈਰਿਟਸ ਡੀਮੈਰਿਟਸ ਪੂਰੀ ਚੰਗੀ ਤਰ੍ਹਾਂ ਕਲੀਅਰ ਕਰਵਾਤੇ हैं। ਅੱਗੇ ਆਉਂਦਾ ਟਾਈਪਸ ਆਫ ਕੋਆਪਰੇਟਿਵ ਔਰਗਨਾਈਜੇਸ਼ਨ। ਟਾਈਪਸ ਕੀ ਨੇ ਕੋਆਪਰੇਟਿਵ ਔਰਗਨਾਈਜੇਸ਼ਨ ਦੇ, ਆਪਾਂ ਦੇਖਦੇ ਹਾਂ ਟਾਈਪਸ। ਪਰ ਹੁਣ ਜੇਕਰ ਕੋਆਪਰੇਟਿਵ ਔਰਗਨਾਈਜੇਸ਼ਨ ਨੂੰ ਆਪਾਂ ਜੇਕਰ ਇੱਕ ਗੱਲ ਕਰੀਏ ਤਾਂ ਸਟੂਡੈਂਟ ਜਿਹੜੇ ਟਾਈਪਸ ਨੇ ਇਹ ਆਪਾਂ ਥੋੜ੍ਹਾ ਡੀਪਲੀ ਪੜ੍ਹਾਂਗੇ, ਪਰ ਸਟੂਡੈਂਟਸ ਜਿਹੜੇ ਟਾਈਪਸ ਨੂੰ ਆਪਾਂ ਨੈਕਸਟ ਕਲਾਸ ਦੇ ਵਿੱਚ ਕਵਰ ਕਰਾਂਗੇ, ਠੀਕ ਹੈ। ਨੈਕਸਟ ਕਲਾਸ ਦੇ ਵਿੱਚ ਆਪਾਂ ਇਹਦੇ ਟਾਈਪ ਕੰਪਲੀਟ ਕਰ ਦਾਂਗੇ ਅਤੇ ਇਹਦੇ ਨਾਲ ਦੀ ਕੇਸ ਸਟੱਡੀ ਕੰਪਲੀਟ ਕਰ ਦਾਂਗੇ, ਜਿਹਦੇ ਨਾਲ ਆਪਣਾ ਕੋਆਪਰੇਟਿਵ ਔਰਗਨਾਈਜੇਸ਼ਨ ਪੂਰੀ ਵਧੀਆ ਤਰੀਕੇ ਨਾਲ ਕੰਪਲੀਟ ਹੋ ਜਾਏਗਾ। ਅਤੇ ਸਟੂਡੈਂਟਸ ਇੱਕ ਗੱਲ ਹੋਰ, ਲੈਕਚਰ ਜਦੋਂ ਲਗਾਉਂਦੇ ਹੋ, ਠੀਕ ਹੈ, ਪੂਰੀ ਚੰਗੀ ਤਰ੍ਹਾਂ ਲਗਾਉਂਦੇ ਰਹੋ। ਸ਼ੁਰੂ ਤੋਂ ਤੁਹਾਨੂੰ ਮੈਂ ਪਹਿਲਾ ਚੈਪਟਰ ਵੀ ਸਾਰਾ ਕਵਰ ਕਰਵਾ ਦਿੱਤਾ ਹੈ, ਹੁਣ ਦੂਸਰਾ ਚੈਪਟਰ ਵੀ ਬਸ ਕਵਰ ਕਰਵਾਉਣ ਵਾਲਾ ਹੀ ਕਰਤਾ ਹੈ, ਠੀਕ ਹੈ। ਇਸ ਤੋਂ ਬਾਅਦ ਤੀਸਰਾ ਕਰਾ ਦੇਣਾ, ਚੌਥਾ ਮੈਂ ਆਲਰੇਡੀ ਕਰਵਾ ਚੁੱਕਿਆ, ਠੀਕ ਹੈ। ਅਤੇ ਹੁਣ ਐਵੇਂ ਸਟੈਪ ਬਾਏ ਸਟੈਪ ਜਦੋਂ ਸਾਰੇ ਚੈਪਟਰ ਹੋ ਜਾਣਗੇ, ਫਿਰ ਉਸ ਤੋਂ ਬਾਅਦ ਮੈਂ ਚੈਪਟਰ ਦੇ ਫਿਰ ਦੁਬਾਰਾ ਲੱਗ ਕੇ ਤੁਹਾਨੂੰ ਚੈਪਟਰ ਦੇ ਵਿੱਚ ਪੇਪਰ 'ਚ ਐਗਜ਼ਾਮ 'ਚ ਕਿਸ ਟਾਈਪ ਦੇ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਨੇ, ਫਿਰ ਮੈਂ ਉਹ ਤੁਹਾਨੂੰ ਕਰਵਾਊਂਗਾ, ਠੀਕ ਹੈ, ਚੈਪਟਰ ਬਾਏ ਚੈਪਟਰ, ਠੀਕ ਹੈ। ਪੂਰੀ ਚੰਗੀ ਤਰ੍ਹਾਂ ਜਦੋਂ ਆ ਸਾਰੇ ਚੈਪਟਰ ਆਪਾਂ ਫਿਰ ਕਰ ਲਏ ਤਾਂ ਫਿਰ ਦੁਬਾਰਾ ਫਿਰ ਸਟਾਰਟਿੰਗ ਤੋਂ ਤੁਹਾਨੂੰ ਚੈਪਟਰ ਬਾਏ ਚੈਪਟਰ ਐਗਜ਼ਾਮ ਦੇ ਪੁਆਇੰਟ ਆਫ ਵਿਊ ਕੁਐਸਚਨਸ ਕਰਵਾਊਂਗਾ, ਠੀਕ ਹੈ। ਅਤੇ ਫਿਰ ਉਸ ਤੋਂ ਬਾਅਦ ਜਦੋਂ ਇਹ ਸਾਰੇ ਹੋ ਗਏ, ਫਿਰ ਵਿੱਚ ਦੀ ਮੈਂ ਥੋੜ੍ਹਾ ਟੈਸਟ ਵੀ ਲੈਂਦਾ ਰਹੂੰਗਾ, ਠੀਕ ਹੈ। ਅਤੇ ਤੁਸੀਂ ਬਸ ਕਲਾਸਿਸ ਲਗਾਉਂਦੇ ਰਹੋ ਅਤੇ ਬਾਕੀ ਕਮੈਂਟ ਕਰ ਦਿਆ ਕਰੋ ਜੇਕਰ ਕੋਈ ਪ੍ਰੋਬਲਮ ਆਉਂਦੀ ਹੈ, ਠੀਕ ਹੈ। ਅਤੇ ਬਾਕੀ ਆਪਣਾ ਖਿਆਲ ਰੱਖੋ, ਸੁਰੱਖਿਅਤ ਰਹੋ। ਜੈ ਹਿੰਦ।